अच्छा उस्ताद साहब मैं ना पिछले दिनों च ना एक बंदे को गया मच्छी लैन। ਉਹ ਨਾ ਮੱਛੀ ਮੈਂ ਉਹਦੇ ਕੋਲੋਂ ਲਈ ਤੇ ਮੈਂ ਉਹਨੂੰ ਇਦਾਂ ਹੀ ਪੁੱਛਣ ਲੱਗ ਪਿਆ। ਮੈਂ ਗੱਲਾਂ ਬਾਤਾਂ ਪੁੱਛਣ ਲੱਗ ਪਿਆ ਉਹਨੂੰ। ਉਹ ਮੈਨੂੰ ਕਹਿੰਦਾ ਜੀ ਕਿ 40 ਸਾਲਾਂ ਤੋਂ ਅਸੀਂ ਹਰ ਰੋਜ਼ ਮੱਛੀ ਖਾਂਦੇ ਹਾਂ। 40 ਸਾਲਾਂ ਤੋਂ ਕੋਈ ਦਿਨ ਐਸਾ ਨਹੀਂ ਜਿੱਦਣ ਅਸੀਂ ਮੱਛੀ ਨਹੀਂ ਖਾਣੀ। ਹਫਤੇ 'ਚ ਇੱਕ ਵਾਰੀ ਛੋਰੇ ਵਾਲੀ ਤੇ ਬਾਕੀ ਦਿਨਾਂ ਦੇ ਵਿੱਚ ਤਲੀ ਹੋਈ। ਬਾਕੀ ਦਿਨਾਂ 'ਚ ਤਲੀ ਹੋਈ। ਅੱਛਾ ਉਸਤਾਦ ਸਾਹਿਬ ਮੈਂ ਉਹਦੇ ਕੋਲ ਬਹਿ ਗਿਆ। ਮੈਂ ਉਹਦੀ ਇਹਨਾਂ ਨਬਜ਼ਾਂ ਵੇਖਣ ਲੱਗ ਪਿਆ। ਹੁਣ ਬਹੁਤੀਆਂ ਬਰੀਕੀਆਂ ਦਾ ਤਾਂ ਮੈਨੂੰ ਨਹੀਂ ਪਤਾ ਜੀ, ਲੇਕਿਨ ਜੋ ਮੈਂ ਉਹਦੇ 'ਚ ਵੇਖਿਆ ਮੈਂ ਉਹ ਬਿਆਨ ਕਰ ਦਿੰਦਾ। ਨਬਜ਼ ਦਾ ਮਕਾਮ ਦਰਮਿਆਨ 'ਚ ਸੀ, ਯਾਨੀ ਕਿ ਉੱਪਰ ਨਹੀਂ ਸੀ, ਥੱਲੇ ਨਹੀਂ ਸੀ, ਸੈਂਟਰ 'ਚ ਸੀ। ਅੱਛਾ ਨਬਜ਼ ਬਰੀਕ ਨਹੀਂ ਸੀ, ਨਬਜ਼ ਮੋਟੀ ਸੀ ਲੇਕਿਨ ਤੇਜ਼ ਸੀ। ਤੇਜ਼ੀ ਵੱਲ ਨੂੰ ਉਹਦਾ ਰੁਝਾਨ ਸੀ। ਉਸ ਬੰਦੇ ਦੇ ਸਾਰੇ ਖੱਦੋ ਖਾਲ ਭਾਰੇ ਭਾਰੇ, ਬੁੱਲ ਭਾਰੇ, ਨੱਕ ਭਾਰਾ, ਹੱਥ ਭਾਰੇ, ਸਾਰਾ ਕੁਝ ਭਾਰਾ। ਹੁਣ ਪਤਾ ਨਹੀਂ ਜੀ ਉਸਤਾਦ ਜੀ ਇਹ ਗਲਤ ਆ ਨਬਜ਼ ਜਾਂ ਸਹੀ ਆ, ਲੇਕਿਨ ਇਹ ਆ ਕਿ ਮਕਾਮ ਦਰਮਿਆਨ 'ਚ ਜਸਾਮਤ 'ਚ ਮੋਟਾਈ ਵੱਲ ਨੂੰ ਤੇ ਰਫਤਾਰ 'ਚ ਤੇਜ਼। ਇਹ ਹੁਣ ਮੁਖਾਤੀ ਉਜ਼ਲਾਤੀ ਕਹਿ ਲਾਂਗੇ ਇਹਨੂੰ, ਤੇਜ਼ੀ ਦੀ। ਮੁਖਾਤੀ ਦੀ ਰਫਤਾਰ ਤੇਜ਼ ਹੁੰਦੀ ਹੀ ਨਹੀਂ। मैं यही गल सवाल करता ना कि मकाम सेंटर चा मोटाई च भी है लेकिन रफ्तार तेजी चा। फिर वो खा 40 साल तो मच्छी रहा, कहना मैं रोजाना मच्छी खाना। ओदी नबज फिर इदां किदां हुई? ओ तो बरीक 40 सालों तो मच्छी एडा ही हो सकी है जेड़ा हर रोज मच्छी खांदा है। साजी काम करदा ना मच्छी दा काम कर लो, फिर की होया? 40 सालों तो करदा, ओदा रद्दे अमल भी आ जांदा। ਉਹ ਤੁਹਾਡੀ ਕੂਵਤੇ ਮੁਦਾਫਤ ਜਿਹੜੀ ਰੱਦੇ ਅਮਲ ਦੇ ਉੱਤੇ ਤਾਂ ਉਹਨੂੰ ਲੈ ਜਾਂਦੀ ਹੈ। ਉੱਥੇ ਟਾਈਫਾਈਡ ਵਾਲੇ ਮਰੀਜ਼ ਆਉਂਦੇ। ਟਾਈਫਾਈਡ ਕਿੱਥੇ ਹੁੰਦਾ? ਕਸ਼ਰੀ ਜ਼ਲਾਤੀ ਕਸ਼ਰੀ ਦੇ ਵਿੱਚ। ਤੁਹਾਡੇ ਕੋਲ ਮੂਮਨ ਜਿਹੜੇ ਉਹ ਮੁਖਾਤੀ ਸਾਬੀ ਹੋਣ ਕੇ ਹੋਏ ਆਉਂਦੇ ਆ। ਕੀ ਆ ਉਹਦਾ ਰੱਦੇ ਅਮਲ, ਉਹਦਾ ਇਲਾਜ ਕਰਨ ਦੇ ਆਪ ਅੰਦਰ ਬੈਠਾ ਹਕੀਮ। ਨਹੀਂ ਸਾਜੋ ਕਸ਼ਰੀ ਹੋਈ ਕਿਉਂ ਨਹੀਂ? ਫਿਰ ਮਿਸਾਲ ਦਿੱਤੀ ਕਿਉਂ ਹੋਵੇ ਯਾਰ? ਮੈਂ ਕੀ ਆਖਣ ਡਿਆ ਵੀ ਉਹਦੀ ਕੂਵਤ ਦੇ ਮੁਦਾਫਤ ਜਿਹੜੀ ਉਹਨੂੰ ਉਹਦੇ ਤੋਂ ਬਚਾਉਣ ਰਹੀ ਆ। ਇਲਾਜ ਤਾਂ ਅੰਦਰੋਂ ਅੰਦਰ ਹੀ ਉਹਦਾ ਹੋਣ ਡਿਆ। ਮੱਛੀ ਉਹਦੇ ਕੀ ਕਰ ਲਊਗੀ? ਉਹ ਫੀਮੀ ਹੀਮ ਖਾਂਦਾ, ਉਹਨੂੰ ਟੱਟੀਆਂ ਉਲਟੀਆਂ ਕਿਉਂ ਨਹੀਂ ਲੱਗਦੀਆਂ? ਛੱਡਦਾ ਉਹਨੂੰ ਲੱਗਦੀਆਂ। ਉਹਦੀ ਕੂਵਤ ਦੇ ਮੁਤਾਬਕ ਜਿਹੜੀ ਹੈਗੀ ਆ ਉਹ ਫੀਮ ਦੇ ਮੁਕਾਬਲੇ ਕਿ ਦੂਸਰਾ ਜ਼ਹਿਰ ਪੈਦਾ ਕਰਦੀ ਹੈ ਜਿਹੜਾ ਉਹਦੇ ਅਸਰ ਨੂੰ ਜ਼ਾਇਲ ਕਰਦਾ। ਜਿੰਨਾ ਚਿਰ ਖਾਂਦਾ ਰਹਿੰਦਾ ਉਹਨੂੰ ਕੁਛ ਨਹੀਂ ਹੁੰਦਾ, ਭੱਜਾ ਫਿਰਦਾ। ਜਦੋਂ ਉਹਦੀ ਛਡਾ ਦਿੰਦੇ ਜੇ ਉਹ ਟੱਟੀਆਂ ਉਲਟੀਆਂ ਨਹੀਂ ਉਹਦੀਆਂ ਰੁਕਦੀਆਂ। ਫਿਰ ਉਹ ਕਿੱਥੋਂ ਆਉਣ ਲੱਗ ਗਈਆਂ? ਉਹਨੂੰ ਕੀ ਵਜ੍ਹਾ ਹੋਈ? ਉਹਦੀ ਕੂਵਤ ਮੁਦਾਫਤ ਓਨਾ ਹੀ ਜਿੰਨੀ ਉਹ ਫੀਮ ਖਾਂਦਾ ਓਨਾ ਉਹਦੇ ਅੰਦਰ ਜ਼ਹਿਰ ਪੈਦਾ ਕਰ ਰਹੀ ਆ, ਜਿਹੜਾ ਉਹ ਜ਼ਹਿਰ ਨੂੰ ਖਤਮ ਕਰ ਰਿਹਾ। ਜੇ ਥੋੜੇ ਦੀ ਉਹਨੂੰ ਮੇਨੋਂ ਹਟ ਗਈ, ਉਹ ਆਪਣਾ ਕੰਮ ਕਰਨ ਲਈ ਆ। ਤੇ ਇਹਨੇ ਹੁਣ ਖਾ ਲੈਣੀ, ਹੁਣ ਖਾ ਲੈਣੀ, ਮੇਰਾ ਦਫਾ ਕਰਨਾ। ਲੇਕਿਨ ਉਹਨੂੰ ਨਹੀਂ ਮਿਲਦੀ। ਉਹ ਫਿਰ ਉਹੀ ਜਿਹੜਾ ਹਕੀਮ ਹੈਗਾ ਉਹ ਟੱਟੀਆਂ ਉਲਟੀਆਂ ਜ਼ਰੀਏ ਉਸ ਜ਼ਹਿਰ ਨੂੰ ਵੀ ਬਾਹਰ ਕੱਢ ਦਿੰਦਾ। ਮੇਰੀ ਆਹ ਨਾ ਸੋਚੋ ਵੀ ਡਾਕਟਰ ਇੰਨੇ ਪੈਸੇ ਕਮਾਉਂਦੇ ਆ, ਉਹਨੇ ਗੱਡੀਆਂ ਲੈ ਲਈਆਂ, ਉਹ ਕਰ ਰਹੇ ਆ, ਉਹ ਕਰ ਰਹੀਆਂ। ਉਹ ਦਰਵਾਜ਼ਾ ਬੰਦ ਕਰਨ। ਮੈਂ ਦੱਸਿਆ ਤੁਸੀਂ ਸਾਬੀ ਕਸ਼ਰੀ ਸਾਬੀ ਤੋਂ ਲਾ ਕੇ ਮੁਖਾਤੀ ਸਾਬੀ ਤੱਕ ਭੰਗ ਪਾ ਦਿਓ ਹਰ ਰੋਜ਼। ਮੁਖਾਤੀ ਜ਼ਲਾਤੀ ਤੋਂ ਲਾ ਕੇ ਕਸ਼ਰੀ ਜ਼ਲਾਤੀ ਤੱਕ ਜਵੈਨ ਖਰਾਸਾਨੀ ਪਾ ਦਿਓ। ਤੁਹਾਡਾ ਹਰ ਮਰੀਜ਼ ਠੀਕ ਹੁੰਦਾ ਜਾਊ। ਨਾਮ ਦੱਸੋ ਪਰਹੇਜ਼ ਨੂੰ, ਪੈਸੇ ਕਮਾਈ ਜਾਓ ਤੇ ਕਿਆਮਤ ਵਾਲੇ ਦਿਨ ਡੰਡੇ ਖਾਣ ਨੂੰ ਤਿਆਰ ਹੋ ਜਾਓ। ਉਸਤਾਦ ਜੀ ਇੰਨੇ ਨਹੀਂ ਕਮਾਈ ਦੇ ਨਾ, ਇੰਨੇ ਨਹੀਂ ਨਾ, ਜ਼ਰੂਰਤ ਜੋਗੇ ਤੇ ਕਮਾਉਣੇ ਕਿ ਨਹੀਂ? ਤੇ ਫਿਰ ਕਮਾਓ, ਸਬਰ ਨਾ ਕਮਾਓ। ਨਹੀਂ ਉਸਤਾਦ ਜੀ ਅਸਲ 'ਚ ਹੁੰਦਾ ਇਸ ਤਰ੍ਹਾਂ ਨਾ ਕਿ ਮਿਸਾਲ ਦੇ ਤੌਰ ਤੇ ਉਧਰਲੇ ਪਾਸੇ ਦਾ ਗਿਆ ਮਰੀਜ਼, ਉਹ ਜਨਾਬ ਹੁਣੇ ਹੀ ਉੱਠਿਆ ਵਾ, ਗਿਆ ਵਾ ਮੰਜੀ ਤੇ ਸੀਗਾ, ਸਵੇਰ ਨੂੰ ਉਹ ਕੰਮ ਤੇ ਜਾਣ ਜੋਗਾ ਹੋ ਗਿਆ। ਸਾਡੇ ਵਾਲੇ ਪਾਸੇ ਤਾਂ ਇਦਾਂ ਹੁੰਦਾ ਹੀ ਨਹੀਂ। ਹੁੰਦਾ ਕਿਉਂ ਨਹੀਂਗਾ? ਮਰੀਜ਼ ਦਾ ਸੰਘਾ ਵੱਢਿਆ ਥੱਲਿਓਂ ਤੇ ਦਾਵੜਾ ਥੱਲੇ ਰੱਖਿਆ,
ਉੱਥੇ ਹੀ ਟੱਟੀ ਤੇ ਉੱਥੇ ਹੀ ਪਿਸ਼ਾਬ। ਤੇ ਡਾਕਟਰਾਂ ਨੇ ਜਵਾਬ ਦਿੱਤਾ ਵੀ ਸਾਉਣ ਭਾਦੋਂ ਕੱਢ ਜੂਗਾ ਤੇ ਫਿਰ ਇਹਦਾ ਆਪਰੇਸ਼ਨ ਹੋਣਾ ਤੇ ਫਿਰ ਇਲਾਜ ਆ, ਤੇ ਜੇ ਸਾਉਣ ਭਾਦੋਂ ਨੇ ਨਾ ਕੱਢਿਆ ਤੇ ਕਵਰੇ ਚੱਲ ਜੂਗਾ। ਮੈਂ ਉਸ ਚਲੇ ਗਿਆ। ਵਾਲਦਾ ਨੇ ਆਖਿਆ ਵੀ ਜਾ ਵੇਖ ਖਬਰ ਲੈ। ਮੈਂ ਜਾਣਾ ਸੀ ਬਹਾਵਲਪੁਰ ਹੁੰਦਾ ਸੀ। ਮੈਂ ਜਾਂਦਾ ਜਾਂਦਾ ਵੇਖ ਜਾ, ਕੋਈ ਪਤਾ ਨਹੀਂ ਹੁੰਦਾ ਵੀ ਉਹਦਾ ਬੰਦਾ ਕਿਹੜੇ ਵੇਲੇ ਮਰ ਜਾਣਾ। ਤੇ ਚਲੋ ਮੈਂ ਗਿਆ, ਵੇਖਿਆ। ਵੇਖ ਕੇ ਮੈਂ ਉਹਨੂੰ ਆਖਿਆ ਮਾਮਾ ਮੈਂ ਜੇ ਦਵਾਈ ਦੇਵਾਂ ਤਾਂ ਖਾਏਗਾ ਕਿ ਪੁੱਤ? ਮੈਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹਰ ਪਾਸੇ ਦੇ, ਮੈਂ ਖਾਊਂਗਾ 21 ਗੋਲੀਆਂ ਲੌਂਗ, ਦਾਲਚੀਨੀ, ਜਲਵਤਰੀ, ਸੁਰਖ ਮਿਰਚ, ਰਾਈ ਤੇ ਕੁਚਲਾ। मैंने 21 गोलियां बना के दे दिया। मैं क्या 21 गोलियां मैं घर छड़ चलिया। 15 दिनों मैं आना फिर वेखांगे। वो हुण बंदा जिहड़ा सी ना, अगों बंदियां दे भी गिला नहीं करना चाहिए। वो बंदा 8वें दिन घरों मंजी तो उठ के साडे घर आया, 1.5 मरबा पैना बनता तुर के आन के वालदा दे कोलों गोलियां गया भी भैन मैनूं गोलियां दे दे, मैनूं बहुत फायदा होया। मैं उठ के तुरन फिरन लग पिया। ते जाके उन्हें 7 दिन वो खादियां ते मैं आ गया। मैं नहर की पटड़ी तो उतर लिया। पटड़ियां अपना सड़कां बहुत नीवियां सी। वो नहर की पटड़ी ते चढ़ लिया ते 1 मरबे का फासला साडे, उन्हें वेख लिया मैं नहीं वेखिया। उत्थों ही वाजा मारदा भज उठा। अगे सी टूल जिहड़ा ना साडा सरकारी सीगा, ਉਹਦੇ ਅਸੀਂ ਬੰਦ ਕਰਾਤਾ ਸੀ। ਨੁਕਸਾਨ ਦਿੰਦਾ ਸੀ। ਉਹਦੇ ਪਟੜੀ ਦੇ ਉੱਤੇ ਖਾਲ ਬਣਾ ਕੇ ਨਹਿਰ ਦੇ ਵਿੱਚ ਪਾਣੀ ਸਿੱਟਿਆ ਸੀ। ਉਧਰ ਉਹ ਮੈਨੂੰ ਨਹੀਂ ਸੀ ਦਿਸਦਾ, ਮੈਂ ਉਹਨੂੰ ਨਹੀਂ ਸੀ ਦਿਸਦਾ। ਵਾਟਰ ਤੋਂ ਜਿਸ ਵੇਲੇ ਮੈਂ ਗਾਂਹ ਲੰਘਿਆ ਤੇ ਫਿਰ ਆਵਾਜ਼ ਪਈ ਮੈਨੂੰ। ਮੈਂ ਪਿੱਛੋਂ ਮੁੜ ਕੇ ਵੇਖਿਆ, ਬੰਦਾ ਨਹੀਂ ਦਿਸਦਾ। ਉਹਨੂੰ ਆਵਾਜ਼ਾਂ ਮੇਰੇ ਨਾਂ ਲੈ ਕੇ ਮਾਰਦਾ। ਜਦੋਂ ਮੈਂ ਟੂਲ ਤੋਂ ਅੱਗੇ ਲੰਘਿਆ ਤਾਂ ਵਾਹਣ ਦੇ ਵਿੱਚੋਂ ਦੀ ਭੱਜਾ ਆਵੇ, ਝੂੜਾ ਉਡਾਈ ਆਵੇ। ਮੈਂ ਨਾ ਵੀ ਇਹ ਨਿਆਜ਼ ਨਾਈ ਆ ਤੇ ਇਹ ਮੰਜੀ ਤੇ ਪਿਆ ਸੀ ਤੇ ਇਹਨੂੰ ਆਰਾਮ ਇੰਨਾ ਆ ਗਿਆ। ਆਂਦਾ ਪੁੱਤ ਆ ਗਿਆ ਮੇਰੇ ਕੋਲ। ਆਂਦਾ ਪੁੱਤ ਬਚ ਗਿਆ, ਹੁਣ ਮੈਨੂੰ ਦਵਾਈ ਦੇ ਕੇ ਜਾਏ। ਮੈਂ ਸਿਰਫ ਕੁਚਲਾ ਮਦੱਬਰ ਜਿਹੜਾ ਸੀ ਨਾ, ਉਹਦੇ 21 ਕੈਪਸੂਲ ਦਿੱਤੇ ਵੀ ਰੋਜ਼ ਦਾ 1 ਖਾਣਾ। ਆ ਹੁਣ ਤੱਕ ਕੁਝ ਨਹੀਂ ਨਾ ਰਿਹਾ, ਤੁਰਿਆ ਫਿਰਦਾ ਰਿਹਾ। ਮੇਰੇ ਕੋਲ ਇੱਕ ਬੰਦਾ ਆ ਗਿਆ ਫਿਰ ਸਾਹੀਵਾਲੋਂ ਦਮੇ ਦਾ ਇਲਾਜ ਕਰਵਾਉਣ ਵਾਸਤੇ। ਸਾਡੇ ਪਿੰਡ ਦਾ ਜਵਾਈ ਸੀ, ਰਿਸ਼ਤੇਦਾਰੀਆਂ ਪਹਿਲੀਆਂ ਵੀ ਉਹਨਾਂ ਦੀਆਂ ਹੈਗੀਆਂ ਸੀ। ਉਹਨੂੰ ਕਿਸੇ ਨੇ ਦੱਸਿਆ ਉੱਥੇ ਸਾਹੀਵਾਲ। ਉੱਥੋਂ ਆਇਆ ਦਵਾਈ ਲੈਣ। ਮੈਂ ਉਹਨੂੰ ਦਵਾਈ ਦਿੱਤੀ। 8 ਦਿਨਾਂ ਬਾਅਦ ਫਿਰ ਆਇਆ। ਉਹੋ ਹੀ ਨਾਈ ਜਿਹੜਾ ਸੀ, ਉਹਦੀ ਹਜਾਮਤ ਕੀਤੀ ਉਹਨੇ ਪਹਿਲੇ ਜਦੋਂ ਆਇਆ। ਫਿਰ 8 ਦਿਨ ਬਾਅਦ ਫਿਰ ਉਹਨਾਂ ਦੀ ਵਾਰੀ ਸੀ। ਉਹ ਹਜਾਮਤ ਕਰਨ ਗਿਆ। ਲਾਲਾ ਤੂੰ ਅਜੇ ਗਿਆ ਹੀ ਨਹੀਂ, ਤੂੰ ਉਦੋਂ ਦਾ ਇੱਥੇ ਹੀ ਆਇਆ। ਮੈਂ ਰਾਤੀ ਆਇਆ, ਮੈਂ ਚਲੇ ਗਿਆ। ਏਡੀ ਛੇਤੀ ਕਿਉਂ ਆਇਆ? ਮੈਂ ਉਹ ਲੰਮੜਾ ਦਾ ਮੁੰਡਾ ਨਹੀਂ ਸ਼ਬੀਰ, ਉਹਦੇ ਕੋਲ ਦਵਾਈ ਲੈਣ ਆਇਆ। ਮੈਨੂੰ ਸਾਹ ਦੀ ਕਸਰ ਸੀ ਤੇ ਮੈਂ ਦਵਾਈ ਲੈ ਗਿਆ ਤੇ ਹੁਣ 7 ਦਿਨਾਂ ਦੀ ਦਿੱਤੀ ਆ ਤੇ ਹੁਣ ਫਿਰ ਦੁਬਾਰਾ ਮੈਂ ਲੈਣ ਆਇਆ। ਉਹ ਬੰਦਾ ਜਿਹਨੂੰ ਮੰਜੀ ਤੋਂ ਉਠਾਇਆ, ਉਹਦਾ ਉਹ ਕਿਹੜੇ ਹਕੀਮਾਂ ਦੇ ਹਕੀਮ ਜਿਹਨੂੰ ਤੋਂ ਦਵਾਈ ਲੈਣ, ਜਿਹਦੇ ਕੋਲ ਦਵਾਈ ਲੈਣ ਆਇਆ ਉਹ ਹਕੀਮ ਕੋਲ ਦਵਾਈ ਲੱਭ। ਉਹਨੇ ਮੈਨੂੰ ਦੱਸਿਆ। ਮੈਂ ਕਿਹਾ ਅੱਛਾ ਕੋਈ ਗੱਲ ਨਹੀਂ, ਕਹਿ ਰਿਹਾ, ਕਿਉਂਕਿ ਮੁਫਤ ਦਾ ਇਲਾਜ ਕੀਤਾ ਇਨਾਮ ਇਹੋ ਹੀ ਮਿਲਦਾ ਹੁੰਦਾ, ਪੈਸਾ ਜੀ ਕੋਈ ਨਹੀਂ ਲਿਆ। ਉਹ ਖੈਰ ਨਾ ਮਹੀਨਾ ਕੁ ਲੰਘਿਆ ਤੇ ਉਹਦਾ ਮੁੰਡਾ, ਉਹਦੀ ਉਲਟੀ ਨਾ ਰੁਕੇ। 4 ਦਿਨ ਹਸਪਤਾਲ 'ਚ ਰਿਹਾ ਤੇ ਉਦੋਂ ਹੀ ਵਾਪਸ ਲੈ ਕੇ ਆ ਕੇ ਉਹਨਾਂ ਜਵਾਬ ਦੇ ਦਿੱਤਾ। ਲੈ ਘਰ ਤੇ ਮੇਰੇ ਵੱਲ ਆ ਗਿਆ। ਅੱਛਾ ਅੱਗੇ ਪੁੱਤ ਵੇਖੀ ਉਹਨੂੰ ਉਲਟੀ ਨਹੀਂ ਹਟਦੀ ਵੀ ਅਸੀਂ ਹਸਪਤਾਲੋਂ ਜਵਾਬ ਹੋ ਗਿਆ ਤੇ ਆ ਗਏ ਹਾਂ। ਮੈਂ ਕਿਹੜੇ ਹਕੀਮਾਂ 'ਚ ਹਕੀਮ ਹੈ ਜਿਹਦੇ ਕੋਲ ਦਵਾਈ ਲੈਣਾ ਆ? ਕੋਈ ਹਕੀਮ ਲੱਭ ਜਾ ਕੇ। ਅਗੇ ਇਹ ਕੀ ਗੱਲ ਪੁੱਤ? ਮੈਂ ਕਿਹਾ ਇਹ ਗੱਲ ਹੀ ਉਹ। ਮੰਜੀ ਤੋਂ ਉਤਰ ਕੇ ਭੌਂਦੇ। ਮੈਂ ਕਿਹਾ ਪੈਰ ਮੇਰੇ ਫੜ ਲੈ। ਵਾਲਦਾ ਮੇਰੀ ਮੈਨੂੰ ਗਾਲਾਂ ਕੱਢਣ ਲੱਗ ਪਈ। ਜਾ ਕੇ ਤੇ ਦਵਾਈ ਦੇ ਕੇ ਆ ਗਿਆ। ਵੇਖਿਆ ਮੈਂ ਕਿਹਾ ਲੌਂਗ ਦਾਲਚੀਨੀ ਦਾ ਕਾਵਾ ਪਕਾ ਕੇ ਲਿਆਓ। ਲੈ ਪਿਆਲੀ ਭਰ ਕੇ ਮੈਂ ਚਮਚੀ ਇਹਦੇ ਮੂੰਹ 'ਚ ਪਾਈ ਜਾਓ। ਪਿਆਲੀ ਸਾਰੀ ਮੁੱਕ ਗਈ।
ਮੈਨੂੰ ਆਂਦੇ ਵੀ ਉਲਟੀ ਆ ਜਾਣੀ। ਮੈਂ ਕਿਹਾ ਉਲਟੀ ਆਊ ਤੇ ਫਿਰ ਕੀ ਆ। ਪੂਰੀ ਪਿਆਲੀ ਪਿਆਤੀ, ਉਲਟੀ ਨਹੀਂ ਆਈ। ਮੈਂ ਕਿਹਾ ਇੱਕ ਪਿਆਲੀ ਹੋਰ ਭਰ ਕੇ ਲਿਓ। ਹੋਰ ਲੈ, ਮੈਂ ਕਿਹਾ ਲੈ ਵੀ ਮੂੰਹ ਨੂੰ ਲਾ ਕੇ ਪੀ। ਇਹ ਘੁੱਟ ਘੁੱਟ ਪਿਆ, ਇਹਨੂੰ ਉਲਟੀ ਆ ਜਾਣੀ। ਮੈਂ ਕਿਹਾ ਆ ਜਾਊਗੀ, ਤੁਸੀਂ ਰੋਕ ਲਾਂਗੇ। ਪੂਰੀ ਪਿਆਲੀ ਪਿਆਤੀ। ਮੈਂ ਲੈ 3-4 ਦਿਨ ਪਿਆ ਦੀ। ਯਾਨੀ ਕਿ ਆਪਣੇ ਵਿੱਚ ਤੁਸੀਂ ਪਾਵਰ ਪੈਦਾ ਕਰੋ। ਕਿਹੜੀ ਉਹਨੂੰ ਦਵਾਈ ਦਿੱਤੀ? ਲੌਂਗ ਦਾਲਚੀਨੀ ਦਾ ਕਾਵਾ। ਉਹਨੂੰ ਅੰਬ ਖਵਾਤਾ ਜਿਹੜਾ ਰੋਜ਼ ਦਾ 50 ਰੁਪਏ ਦਾ ਟੀਕਾ ਲੱਗਦਾ ਸੀ। ਤੁਹਾਨੂੰ ਆਪਣੇ ਆਪ ਤੇ ਹੈ ਨਹੀਂ ਐਤਮਾਦ ਤੇ ਤੁਸੀਂ ਕਿਸੇ ਦਾ ਕੀ ਇਲਾਜ ਕਰਨਾ ਜੀ। ਸਾਡੇ ਕੋਲ ਇਹ ਚੀਜ਼ਾਂ ਕੰਮ ਨਹੀਂ ਕਰਦੀਆਂ। ਦੂਸਰੇ ਹੱਲ ਵੇਖਦੇ ਜੇ ਵੀ ਉਹ ਕੀ ਕਰਨ ਡਿਆ ਤੇ ਉਹ ਕੀ ਕਰਨ ਡਿਆ। ਉਹਦੇ ਚ ਸਾਡੇ ਕੋਈ ਕੰਮ ਨਹੀਂ ਆ ਗਿਆ। ਉਹਦੇ ਤਸ਼ਖੀਸ ਦਾ ਵੀ ਬੜਾ ਮੇਨ ਮਕਸਦ ਉਹ ਸਾਦਾ ਨੇ ਨਬਜ਼ ਦੇਖੀ, ਤਸ਼ਖੀਸ ਕੀਤੀ। ਉਹਨੂੰ ਲੌਂਗ ਦਾਲਚੀਨੀ ਚਾਹੀਦੀ, ਉਹਨੂੰ ਖਰਬੂਜ਼ਾ ਚਾਹੀਦਾ, ਉਹਨੂੰ ਕੁਚਲਾ ਚਾਹੀਦਾ। ਮੇਨ ਤਾਂ ਮਾਮਲਾ ਇਹ ਨਾ, ਸਾਡਾ ਸਾਰਿਆਂ ਦਾ ਮਾਮਲਾ ਮੇਨ ਕੀ ਹੈ? ਤਸ਼ਖੀਸ ਸਿੱਖਾਂਗੇ ਤੇ ਕੰਮ ਨੂੰ ਪੜਨਾ। ਮੇਰਾ ਸ਼ਗਿਰਦ ਜਿਹੜਾ ਬਹਾਲਪੁਰ ਵਾਲਾ ਨਾ, ਉਹਦੇ ਮਾਮੇ ਸਕੇ ਦਾ ਪੁੱਤ ਸੀ, ਬਿਮਾਰ ਹੋ ਗਿਆ, ਸਿੰਧ ਗਿਆ। ਉਹਦੇ ਕੋਲ ਆਇਆ, ਉਹਨੇ ਆਖਿਆ ਵੀ ਜਾ ਉੱਥੇ ਜਾ ਕੇ ਇਲਾਜ ਕਰਵਾ। ਮੇਰਾ ਦੱਸਿਆ ਵੀ ਤੇਰਾ ਵੀ ਉਹ ਫੁੱਫੀ ਦਾ ਪੁੱਤ ਆ। ਉਹ ਵੀ ਫੁੱਫੀ ਦਾ ਪੁੱਤ ਹੀ ਲੱਗਦਾ ਸੀ, ਮੇਰੇ ਉਹ ਮਾਮੇ ਦਾ ਪੁੱਤ ਲੱਗਦਾ ਸੀ। ਮੈਨੂੰ ਉਹਨਾਂ ਆਖਿਆ, ਉਦੋਂ ਸੀ ਵੋਟ ਪੈਣ ਦਾ ਤੇ ਡਾਕਟਰ ਖਾਲਦ ਮੇਰੇ ਮਾਮੇ ਦਾ ਪੁੱਤ ਸਕੇ ਦਾ, ਉਹ ਸੀ ਉਹਦਾ ਭਰਾ ਖੜੋਤਾ ਇਲੈਕਸ਼ਨ ਤੇ। ਉਹਨੂੰ ਪਤਾ ਲੱਗਾ ਤੇ ਉਹ ਆਇਆ, ਫਟਾਫਟ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਜਿੰਨਾ ਚਿਰ ਇਲੈਕਸ਼ਨ ਸੀ ਉਹਨਾਂ ਚਿਰ ਇਲਾਜ ਹੁੰਦਾ ਰਿਹਾ, ਮਹੀਨਾ 1.5 ਮਹੀਨਾ। ਨਾ ਉਹਦੀ ਉਲਟੀ ਰੁਕੀ, ਨਾ ਉਹਨੂੰ ਟੱਟੀ ਆਈ। ਇੱਥੇ ਉਹਦਾ ਢਿੱਡ ਮੁੜ ਕੇ ਮੇਰੇ ਨਾਲ ਆ ਗਏ। ਮੈਨੂੰ ਜਵਾਬ ਦੇ ਦਿੱਤਾ। ਮੈਂ ਗਿਆ, ਮੈਂ ਕਿਹਾ ਅੱਛਾ ਮੈਂ ਦੇਣਾ ਦਵਾਈ। ਉਹ ਕਰਦਾ ਸੀ ਏਦਾਂ ਹੀ ਬਾਹਾਂ ਤੇ ਇੰਝ ਹੀ ਝਟਕੇ ਉਹਨੂੰ ਲੱਗੀ ਜਾਂਦੇ ਸੀ। ਮੈਂ ਦਵਾਈ ਲੈਣਾ, ਆ ਜਾਓ। ਚਾਚਾ ਮੇਰਾ ਕੋਲ ਸੀ, ਉਹ ਬੇਗਾਲ ਤੇ ਗਾਲ ਮੈਨੂੰ, ਇਹ ਮੁਰਦਾ ਇਹ ਸਿਰ ਚੜਾਉਣਾ ਤੂੰ? ਕਹਿੰਦਾ ਭਲਵਾਨ ਵੇਖਿਆ ਨਾ ਜਿਹਦਾ ਵੀ ਉਹਦੀ ਆਦਤ ਹੋਈ। ਨਹੀਂ ਦੇਣੀ ਸੀ ਦਵਾਈ, ਨਹੀਂ ਦੇਣੀ ਦਵਾਈ, ਨਹੀਂ ਦਵਾਈ ਦੇਣੀ। ਇਹ ਮਰਨ ਡਿਆ ਵਾ, ਇਹ ਤੇਰੇ ਸਿਰ ਚੜ ਜਾਣਾ, ਸਾਡੇ ਸਿਰ ਚੜ ਜਾਣਾ। ਨਹੀਂ ਅਸਾਂ ਦਵਾਈ, ਮੈਂ ਉਹਨੂੰ ਦਵਾਈ ਦਿੱਤੀ। ਝਟਕੇ ਉਹਦੇ ਪਹਿਲੇ ਦਿਨ ਹੀ ਹਟ ਗਿਆ। ਦਵਾਈ ਕੀਤੀ, ਲੌਂਗ ਦਾਲਚੀਨੀ ਦਾ ਕਾਵਾ 3 ਨੰਬਰ ਹੌਸਲ, ਲੌਂਗ ਦਾਲਚੀਨੀ ਜਲਵਤਰੀ ਮੁਸੱਬਰ ਤੇ ਹੰਦਲ। ਉਹਨੂੰ ਜਨਾਬ ਟੱਟੀ ਆਉਣੀ ਸ਼ੁਰੂ ਹੋ ਗਈ। ਉਹ ਡੰਡਾ ਲੈ ਕੇ ਫਿਰ ਤੁਰਨ ਲੱਗ ਪਿਆ। ਉਹ ਸਾਈਂ ਹਮੀਦ ਮੇਰਾ ਯਾਰ ਸੀਗਾ ਤੇ ਉਹ ਨਾ ਡਾਕਟਰ ਖਾਲਦ ਉਹਨੂੰ ਟੱਕਰਿਆ, ਆਂਦਾ ਵੀ ਹਾਂ ਬਈ ਉਹ ਮਰ ਜੂਗਾ ਕਿ ਜੀਂਦਾ ਰਹੂ? ਉਹਨੇ ਤੂੰ ਮਾਰ ਕੇ ਸਿੱਟ ਗਿਆ ਸਾਂ, ਤੂੰ ਮਾਰ ਕੇ ਸਿੱਟ ਗਿਆ ਸਾਂ। ਉਹ ਹੁਣ ਡੰਡਾ ਲੈ ਕੇ ਤੁਰਿਆ ਫਿਰਦਾ ਜੀ ਗਲੀਆਂ ਦੇ ਵਿੱਚ। ਜਾ ਕੇ ਵੇਖ ਲਾ। ਇਹ ਨਹੀਂ ਹੈਗੀ, ਉਹ ਆਪਣੇ ਅੰਦਰ ਇੰਨੀ ਪਾਵਰ ਪੈਦਾ ਕਰੋਗੇ ਤੁਸੀਂ, ਉਹਨੂੰ ਵੇਖੋ ਵੀ ਇਹਨੂੰ ਕੀ ਹੋਇਆ। ਮਾਲਕ ਇਹ ਸਮਾਜ 'ਚ ਆਪਣੇ ਅੰਦਰ ਪਾਵਰ ਪੈਦਾ ਕਰੋ ਨਾ। ਹਰ ਵੇਲੇ ਪੈਸੇ ਦੀ ਨਾ ਸੋਚੋ। ਨਹੀਂ ਆਉਂਦਾ ਪੈਸਾ ਤਾਂ ਨਾ ਸਹੀ। ਜਿਹਨੇ ਪੈਦਾ ਕੀਤਾ ਉਹਨੇ ਆਖਿਆ ਨਹੀਂ ਮੈਂ ਤਾਂ ਰਾਜ਼ਕ, ਮੈਂ ਤੁਹਾਡਾ ਰਿਜ਼ਕ ਮੇਰੇ ਕੋਲ ਹੈ। ਇਹਨਾਂ ਮਰੀਜ਼ਾਂ ਦੀਆਂ ਜੇਬਾਂ ਦੇ ਵਿੱਚ ਨਹੀਂ ਘਰੇ ਸਿਖਾਏਗਾ। ਤੇ ਨਾ ਆਪਣੇ ਤੋਂ ਉੱਚੇ ਹਾਲ ਨਾ ਵੇਖੋ, ਨੀਵੇਂ ਹਾਲ ਵੇਖੋ। ਤੁਹਾਡੇ ਰੁਤਬੇ ਤੇ ਅਸੀਂ ਨਹੀਂ ਪਹੁੰਚ ਸਕਦੇ। ਹਜ਼ਰਤ ਅਲੀ ਰਜ਼ੀਅੱਲਾਹੁ ਤਾਲਾ ਅਨਹੁ ਜਾ ਰਿਹਾ ਪੈਦਲ, ਪੈਰਾਂ ਤੋਂ ਲੰਘੇ, ਪੱਥਰ ਦਾ ਇਲਾਕਾ ਸਾਰਾ, ਪੱਥਰ ਪੈਰਾਂ 'ਚੋਂ ਜੰਡਾ, ਖੂਨ ਨਿਕਲ ਲਿਆ। ਅਭੀ ਯਾ ਅੱਲਾ, ਇੰਨੇ ਕੁ ਪੈਸੇ ਦੇ ਦੇਣ ਮੈਂ ਜੁੱਤੀ ਤੇ ਲੈ ਲੈਂਦਾ। ਜਿਸ ਵੇਲੇ ਅੱਗੇ ਗਿਆ ਤੇ ਬੰਦਾ ਇੱਕ, ਉਹਦੇ ਪੈਰ ਹੀ ਹੈ ਨਹੀਂ ਗਏ, ਲੱਤਾਂ ਵੀ ਹੈ ਨਹੀਂ ਗਈਆਂ, ਮਤਲਬ ਕਿ ਰਿੜਦਾ ਜਾਣ ਡਿਆ ਪੱਥਰਾਂ ਦੇ ਵਿੱਚੋਂ ਦੀ। ਉੱਥੇ ਹੀ ਤੋਂ ਆ ਗਈ ਸੀ, ਯਾ ਅੱਲਾ ਮੇਰੇ ਤੇ ਪੈਰ ਹੈਗੇ ਆ, ਇਹਨੇ ਜੁੱਤੀ ਦੀ ਨਹੀਂ ਲੋੜ।
ਇਹਦੀਆਂ ਪੈਰ ਵੀ ਬਗਾਤੇ, ਇਹ ਰਿੜਦਾ ਜਾਂਦਾ, ਸਾਰਾ ਜਿਸਮ ਛਿੱਲਿਆ, ਥਾਂ ਥਾਂ ਤੋਂ ਖੂਨ ਵਗਣ ਡਿਆ। ਯਾਨੀ ਕਿ ਤੁਸੀਂ ਉਹਦੇ ਵੱਲ ਵੇਖੋ ਜਿਹੜਾ ਤੁਹਾਡੇ ਤੋਂ ਨੀਵਾਂ, ਉਹਦੇ ਉਤਲੇ ਵੱਲ ਨਾ ਵੇਖੋ ਕਿ ਇਹਦੇ ਕੋ ਕਾਰ ਆ, ਇਹਦੇ ਕੋ ਹਵਾਈ ਜਹਾਜ਼ ਆ। ਨਹੀਂ, ਤੁਸੀਂ ਵੇਖੋ ਜਿਹੜਾ ਪੈਰ ਲੰਘੇ, ਜਿਸ ਪੈਰ ਜੁੱਤੀ ਵੀ ਹੈ ਨਹੀਂ, ਉਹਨੂੰ ਵੇਖੋ। ਸਾਈ ਤੁਸੀਂ ਇਹ ਦੱਸਿਆ ਨਾ ਮਰੀਜ਼ ਨੂੰ ਝਟਕੇ ਲੱਗਣੇ ਸ਼ੁਰੂ ਹੋ ਗਏ, ਝਟਕੇ ਕਿਉਂ ਲੱਗੇ ਸੀ ਮਰੀਜ਼ ਨੂੰ? ਯਾਰ ਉਹਦਾ ਅੰਦਰ ਬੰਦ ਸੀ, ਉਦੋਂ ਦਿਮਾਗ ਇੱਥੇ ਰੱਖਿਆ ਕਰੋ ਜਦੋਂ ਮੈਂ ਦੱਸਦਾ। ਹੁਣ ਟਾਈਮ ਬੜਾ ਥੋੜਾ ਵਾ, ਜਿਹੜੀ ਚੀਜ਼ ਦੱਸਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਿੱਦਾਂ ਵੱਧਦੀ ਆ? ਉਹ ਕਰੋਨਾ 'ਚ ਆਇਆ ਜੀ, ਕਰੋਨਾ ਆਇਆ, ਕਿਸੇ ਨੇ ਖਿਆਲ ਕੀਤਾ ਵੀ ਇਹ ਕੀ ਸ਼ੈ ਵਾ, ਕੀ ਵਾਈਟ ਸੈੱਲ ਵੱਧਦੇ ਜਾਂਦੇ ਆ? ਤੇ ਵਾਈਟ ਸੈੱਲ ਕੀ ਹੈ? ਠੰਡਾ, ਹਾਂਜੀ, ਸਰਦੀ ਪੈਦਾ ਕਰਦਾ। ਮੁੜ ਕੇ ਉਹ ਫਿਰ ਸਰਦੀ ਜਿਹੜੀ ਹੈਗੀ ਉਹ ਮੁੰਝਮਦ ਕਰਨਾ ਸ਼ੁਰੂ ਹੁੰਦੇ, ਫੇਫੜੇ ਭਰ ਜਾਂਦੇ। ਜੇ ਸਰਦੀ ਪੈਦਾ ਹੋਣੀ ਨਾਲ ਹੀ ਨਮੂਨੀਆ ਹੋ ਜਾਣਾ, ਬੰਦਾ ਘੈਂ ਹੋ ਗਿਆ। ਹਾਂਜੀ, ਕਿਸੇ ਨੇ ਸੋਚਿਆ ਵੀ ਸਰਦੀ ਅਸੀਂ ਇਹਨੂੰ ਚੌਲ ਇਹਦੇ ਬੰਦ ਕਰੀਏ, ਇਹਦਾ ਦੁੱਧ ਬੰਦ ਕਰੀਏ, ਇਹਦਾ ਦੁੱਧ ਸੋਡਾ ਬੰਦ ਕਰੀਏ, ਗਲੂਕੋਜ਼ ਦੀਆਂ ਬੋਤਲਾਂ ਬੰਦ ਕਰੀਏ, ਲਾਈ ਗਿਆ ਨਾ, ਲਾਈ, ਬੰਦੇ ਮਰ ਜਾਏਗਾ। ਹਾਂਜੀ, ਤੇ ਅਸੀਂ ਇੱਕ ਸ਼ੀਸ਼ੀ ਦਿੱਤੀ, ਬੱਚਾ ਸੀ ਐਡਾ ਹੋ ਗਿਆ, ਇਹਦਾ ਛੋਟਾ ਸੀ, ਕਚਰੀ ਦਲਾਤੀ ਅਰਕ ਦੀ, ਉਹ ਜਵੈਣ ਪੁਦੀਨਾ ਸਾਰੀਆਂ ਚੀਜ਼ਾਂ ਇਹਨਾਂ ਦਾ ਅਰਕ, ਜੀ, ਇਹਨਾਂ ਦਾ ਕੱਢ ਕੇ ਉਹਦੀ ਇੱਕ ਸ਼ੀਸ਼ੀ ਦਿੱਤੀ। ਉਹਨੇ 3 ਦਿਨ ਪਿਆਈ ਉਹਨੂੰ, ਉਹਦਾ ਕਰੋਨਾ ਹਟ ਗਿਆ। ਉਹਨੇ ਕਿਹਾ ਬਾਕੀ ਸ਼ੀਸ਼ੀ ਪਈ ਹੈ, ਮੈਨੂੰ ਵੀ ਕਰੋਨਾ। ਉਹਨੇ ਕਿਹਾ ਤੂੰ ਵੀ ਪੀ ਲਾ। ਦੋਵਾਂ ਪਿਓ ਪੁੱਤਾਂ ਦਾ ਕਰੋਨਾ ਹਟ ਗਿਆ ਇੱਕ ਸ਼ੀਸ਼ੀ ਦੇ ਨਾਲ। ਤੇ ਜੇ ਉਹਨੂੰ ਦੁੱਧ ਸੋਡੇ ਦੇਈ ਜਾਓ, ਹੈਂ, ਦੁੱਧ ਸੋਡਾ ਉਹਨੂੰ ਦੇਈ ਜਾਓਗੇ, ਉਹਦੇ ਜਿਹੜੇ ਪੈਦਾ ਹੋ ਰਿਹਾ ਜਰਾਸੀਮ ਨੁਕਸਾਨ ਦੇਣ ਵਾਲੇ, ਉਹਨਾਂ ਦੀ ਖੁਰਾਕ ਉਹ ਸੀ। ਹਾਂਜੀ, ਉਹ ਖੁਰਾਕ ਖਾਈਗਾ, ਪਲਦੇਗਾ, ਵਧੇਗਾ। ਜਦੋਂ ਉਹਨਾਂ ਦੀ ਖੁਰਾਕ ਨਹੀਂ ਮਿਲੀ, ਹੈਂ, ਲਾਲ ਮਿਰਚ ਨਾਲ ਰੋਟੀ ਖਾਣ ਵਾਲਿਆਂ ਨੂੰ ਮੈਂ ਕਿਹਾ ਸੀ, ਜਿਸ ਵੇਲੇ ਰੌਲਾ ਪਿਆ ਸੀ ਨਾ, ਮੈਂ ਕਿਹਾ ਸਾਡੀ ਕੌਮ ਲਾਲ ਮਿਰਚ ਖਾਂਦੀ, ਇਹਨਾਂ ਨੂੰ ਕਰੋਨਾ ਨਹੀਂ ਆਉਣਾ। ਲੇਕਿਨ ਆਇਆ ਉਹਨਾਂ ਨੂੰ ਹੀ ਆ ਜਿਹੜੇ ਮਿਰਚ ਦੇ ਤੋਂ ਨਫ਼ਰਤ ਕਰਦੇ ਆ। ਖਾਤੀ ਦੇ ਜ਼ਿਆਦਾ ਵੇਖੋ ਵੀ ਜਰਾਸੀਮ ਕਿਹਦੇ ਚ ਪਾਲਣ ਲੈ ਆ, ਕਿਹੜੀ ਸ਼ੈ ਇਹਨਾਂ ਦੇ ਵਿੱਚ, ਕਿਹੜੀ ਸ਼ੈ ਦੇ ਵਿੱਚ ਪਾਲਦੇ ਆ। ਉਹ ਮੁਖਾਲਫ ਚਲੇ ਜਾਓ ਤੇ ਜਰਾਸੀਮ ਬਣੇ ਕਿੱਦਾਂ, ਉਹ ਵੀ ਮੈਂ ਦੱਸਿਆ ਕਿ ਜਰਾਸੀਮ ਬਣ ਰਹੇ ਕਿੱਦਾਂ, ਜਿਹੜੇ ਨੁਕਸਾਨ ਦਿੰਦੇ ਜਿਸਮ ਨੂੰ। ਜਦੋਂ ਗੁਜ਼ਾ ਅਸੀਂ ਇੱਕ ਹੀ ਖਾਈ ਜਾਣੀ, ਇੱਕ ਹੀ ਪਾਸੇ ਲੱਗ, ਗੋਭੀ ਖਾ ਲਈ ਅਗਲੇ ਦਿਨ, ਮਾਂ ਦੀ ਦਾਲ ਖਾ ਲਈ ਅਗਲੇ ਦਿਨ, ਭਿੰਡੀ ਅਰਬੀ ਖਾ ਲਈ ਅਗਲੇ ਦਿਨ, ਦਹੀਂ ਨਾਲ ਰੋਟੀ ਖਾ ਲਈ, ਲੱਸੀ ਨਾਲ ਖਾ ਲਈ, ਚੌਲ ਖਾ ਲੈ। ਕੀ ਹੈ? ਇੱਕ ਕਿਸਮ ਦੀ ਗੁਜ਼ਾ ਅੰਦਰ ਵੱਧਦੀ ਗਈ। ਹਾਂਜੀ, ਤੇ ਕਿਹੜੇ ਟਿਸ਼ੂ ਦੀ ਗੁਜ਼ਾ ਹੈ? ਸਾਰੀ ਦੀ ਸਾਰੀ ਕਨੈਕਟਿਵ ਟਿਸ਼ੂ ਦੀ। ਉਹਨੇ ਜਿੰਨੀ ਖਾਣੀ ਸੀ ਲੈ ਲਈ, ਬਾਕੀ ਅੰਦਰ ਪਈ ਆ। ਅੰਦਰ ਪਈ ਸ਼ਾਇਦ ਬੁੱਸਣੀ ਸ਼ੁਰੂ ਹੋ ਜਾਂਦੀ ਆ, ਬੁੱਸਦੀ ਆ ਉਹਦੇ ਵਿੱਚ। ਉਹ ਆਂਦੇ ਵਾਇਰਸ, ਅਸੀਂ ਆਨੇ ਆ ਵੀ ਤੁਰਛੀ ਪੈਦਾ ਹੋ ਗਈ, ਬੁੱਸ ਗਈ ਆ। ਹਾਂਜੀ, ਅੱਛਾ, ਉਹਦੇ ਤੋਂ ਫਿਰ ਅੱਗੋਂ ਉਹਦੇ 'ਚ ਕੀੜਾ ਪੈਦਾ ਹੁੰਦਾ। ਤੁਸੀਂ ਲੌਂਗ, ਦਾਲਚੀਨੀ, ਜਲਵਤਰੀ, ਇਹ ਤਿੰਨੇ ਚੀਜ਼ਾਂ ਨਾ ਭੇਜ ਦਿਓ ਪਾਣੀ 'ਚ, ਕੁਛ ਨਹੀਂ ਕਰਨਾ। 3-4 ਦਿਨ ਤੋਂ ਬਾਅਦ ਵੇਖਿਓ ਉਹਦੇ 'ਚ ਕੀੜੇ ਕਿਹੜੇ ਸੁੰਡੇ ਆ ਜਿਹੜੇ ਭੱਜੇ ਫਿਰਦੇ ਹੋਣਗੇ। ਉਹ ਕੀੜੇ ਕਿੰਨਾ ਪੈਦਾ ਹੋਊਗਾ। ਜਦੋਂ ਅਸੀਂ ਕਿੱਡੇ ਖੂਬਸੂਰਤ ਹਾਂ, ਜਦੋਂ ਕਵਰੇਜ ਦੇਣਾ ਤਾਂ ਉੱਥੇ ਕੀ ਪੈਣਾ? ਕੀੜੇ ਹੀ ਕੀੜੇ, ਕੀੜੇ ਹੀ ਕੀੜੇ। ਕੀ ਹੈ? ਬੁੱਸ ਗਿਆ ਉਹ ਚੀਜ਼। ਉੱਥੇ ਹੋਰ ਮੁਰਗੇ ਸਿੱਟੀ ਜਾਓਗੇ ਤੇ ਨਾਲ ਹੀ ਉਹਨਾਂ ਨੂੰ ਵੀ ਖਾਈ ਜਾਣਗੇ, ਭਾਵੇਂ 100 ਸਿੱਟ ਦੇ, ਉਹਨਾਂ ਦੀ ਖੁਰਾਕ ਉਹ ਪਾਲਦੇ ਜਾਣਗੇ। ਇਸੇ ਤਰੀਕੇ ਨਾਲ ਉੱਥੇ ਹੋਰ ਖੁਰਾਕ ਉਹ ਦੇਈ ਜਾਓ ਤੇ ਉਹ ਜਰਾਸੀਮ ਵੱਧਦੇ ਜਾਣਗੇ। ਉਹਦੀ ਖੁਰਾਕ ਰੋਕੋ, ਕਿਹੜੇ ਜਰਾਸੀਮਾਂ 'ਚ ਪੈਦਾ ਹੁੰਦੇ ਆ। ਤੁਹਾਨੂੰ ਜਟਕੀ ਜੀ ਮਿਸਾਲ ਦਿੱਤੀ ਸੀ ਪਿਛਲੀ ਵਾਰ ਵੀ। ਚੋਰ ਆਇਆ, ਚੋਰੀ ਕਰਕੇ ਘਰੋਂ ਲੈ ਗਿਆ ਸਮਾਨ, ਤੁਸੀਂ ਉਹਦੇ ਮਗਰ 50 ਮੀਲ ਤੱਕ ਪੈਦਲ ਤੁਰ ਕੇ ਉਹਦਾ ਖੁਰਾਕ ਕੱਢ ਕੇ ਫਿਰ ਉਹਦੇ ਟਿਕਾਣੇ 'ਤੇ ਪਹੁੰਚੇ ਜੇ। ਤੁਸੀਂ ਇਹ ਵੇਖ ਲਓ ਵੀ ਇਹ ਇੱਧਰ ਨੂੰ ਚਲੇ ਗਿਆ, ਇਹ ਆਇਆ ਕਿੱਧਰੋਂ ਆ, ਭਾਵੇਂ ਤੀਸਰੇ ਘਰ ਵਾਲਾ ਹੀ ਹੋਵੇ। ਇਹ ਸੌਖਾ ਕੰਮ ਆ ਕਿ ਉਹ ਸੌਖਾ ਕੰਮ ਆ?
ਚੋਰ ਦੇ ਮਗਰ ਜਾਂਦੇ ਸੀ, ਜਿੱਧਰੋਂ ਆਇਆ ਚੋਰ ਉਧਰ ਪਿਛਾਂਹ ਨੂੰ ਮੁੜੋ। ਜਰਾਸੀਮ ਕਿੱਥੋਂ ਪੈਦਾ ਹੋਇਆ, ਕਿੱਦਾਂ ਹੋਇਆ, ਕਿਹੜੀ ਸ਼ੈ ਨਾ ਹੋਏ, ਉਧਰ ਨੂੰ ਤੁਰੋ, ਉਹ ਰੋਕ ਦਿਓ। ਜਰਾਸੀਮ ਆਪੇ ਮਰ ਗਿਆ। ਐ ਸਾਰਾ ਸ਼ਹਿਰ ਮਾਰਨਾ ਹੈ, ਗੋਲੀਆਂ ਨਾਲ ਜੇ ਮਾਰਨਾ ਇਹਦੇ 4 ਚੁਫੇਰੇ ਕੰਧ ਕਰਵਾ ਦਿਓ ਜਾਂ ਵਾਲ ਲਵਾ ਦਿਓ, ਪਹਿਰਾ ਲਾ ਦਿਓ ਕਿ ਨਾ ਅੰਦਰ ਕੋਈ ਸ਼ੈ ਆਵੇ ਤੇ ਨਾ ਬਾਹਰ ਜਾਵੇ। ਤੇ ਕਿੰਨਾ ਚਿਰ ਇਹ ਸ਼ਹਿਰ ਖੁਰਾਕ ਖਾ ਲੂਗਾ ਜਿਹੜੀ ਇੱਥੇ ਆ, ਬਗੈਰ ਕਿਸੇ ਗੋਲੀ ਦੇ, ਬਗੈਰ ਕਿਸੇ ਜ਼ਹਿਰ ਦੇ, ਤੇ ਆਪਣੇ ਆਪ ਹੀ ਵਿੱਚ ਮਰ ਜਾਣੇ। ਆਪਣੇ ਅੰਦਰ ਵੈਲ ਪਾਵਰ ਪੈਦਾ ਕਰੋ, ਉਹ ਹੈ ਨਹੀਂ। ਸਿਰਫ ਸੋਚ ਤੇ ਹੈਗੀ ਆ ਵੀ ਅਸੀਂ ਗਰੀਬ ਆ, ਮਾੜੇ ਆ, ਉਹ ਤਕੜੇ ਆ। ਦਿਮਾਗ ਉਹਦਾ ਵੀ ਉਹ ਆ, ਦਿਮਾਗ ਤੁਹਾਡਾ ਵੀ ਉਹ ਆ। ਉਹ ਦਿਮਾਗ ਆਪਣੇ ਨੂੰ ਆਪਣਾ ਇਸਤੇਮਾਲ ਕਰ ਰਿਹਾ, ਤੁਸੀਂ ਕਰ ਨਹੀਂ ਰਹੇ। ਸਿਰਫ ਇੰਨੀ ਗੱਲ ਹੈ। ਇੱਕ ਬੰਦਾ ਜਹਾਜ਼ ਉਡਾਉਣ ਡਿਆ, ਇੱਕ ਨੂੰ ਖੋਤੀ ਰੇੜੀ ਨਹੀਂ ਚਲਾਉਣੀ ਆਉਣ ਡਈ। ਉਹ ਆਪਣੇ ਦਿਮਾਗ ਨੂੰ ਕੰਮ ਲੈ ਲਿਆ ਦਿਮਾਗ ਤੋਂ, ਇਹ ਨਹੀਂ ਲੈ ਰਿਹਾ। ਸਾਡੀ ਕੌਮ ਜਿਹੜੀ ਹੈਗੀ ਨਾ, ਸਾਰੀ ਦੀ ਸਾਰੀ ਸਿਰਫ ਮੰਗਣ ਦੇ ਉੱਤੇ ਹੋ ਗਈ ਆ ਵੀ ਪੈਸਾ ਆ ਜਾਵੇ, ਕੰਮ ਸਾਨੂੰ ਕੋਈ ਨਾ ਕਰਨਾ ਪਵੇ। ਉਹ ਕੰਮਾਂ 'ਚ ਉਹਨਾਂ ਨੇ ਤਰੱਕੀ ਕੀਤੀ ਆ ਜਿੰਨਾ 24 ਘੰਟੇ ਕੰਮ ਕੀਤਾ। ਚੀਨ ਤੁਹਾਡੇ ਤੋਂ ਬਾਅਦ 'ਚ ਆਜ਼ਾਦ ਹੋਇਆ। ਅਮਰੀਕਾ ਸਾਰੀ ਜਦੋਂ ਤੱਕ ਨਜ਼ਰ ਮਾਰੋ ਆਜ਼ਾਦ ਹੀ ਆਜ਼ਾਦ ਆ, ਤੇ ਚੀਨ ਨੇ ਉਹਨੂੰ ਹੁਣ ਥੱਲੇ ਲਾ ਦਿੱਤਾ। ਕਿਉਂ ਲਾ ਦਿੱਤਾ? ਕੰਮ ਕੀਤਾ। ਦੁਨੀਆ ਦੀ ਹਰ ਸ਼ੈ ਬਣਾ ਕੇ ਉਹਨੂੰ ਪੂਰੀ ਦੁਨੀਆ ਦੇ ਛੱਡ ਦਿੱਤੀ ਮਾਰਕੀਟਾਂ ਦੇ। ਉਹਨਾਂ ਨੇ ਕੰਮ ਕੀਤਾ, ਅਸੀਂ ਕੰਮ ਨਹੀਂ ਕੀਤਾ। ਅਸਾਂ ਤਾਸ਼ਾਂ ਖੇਡੀਆਂ, ਹਾਂਜੀ, ਹੁੱਕੇ ਭਾਰ ਧਰ ਲੈ ਤੇ ਬਾਹਰ ਬਹਿ ਗਏ ਬਾਜ਼ਾਰਾਂ 'ਚ ਮੰਜੇ ਢਾਹ ਕੇ ਤੇ ਗੱਪਾਂ ਮਾਰਦੇ ਰਹੇ। ਜਿਸ ਬੰਦੇ ਨੇ ਕੰਮ ਕਰਨਾ ਨਾ, ਉਹ ਸੀ ਤਰੱਕੀ ਕਰਨੀ। ਜਿਹਨੇ ਕੰਮ ਨਹੀਂ ਕਰਨਾ ਉਹਨੇ ਥੱਲੇ ਨੂੰ ਜਾਣਾ। ਸਾਡੇ ਪਿੰਡ ਦੀ ਬੰਦੇ ਦੇ 5 ਕਿੱਲੇ, 5 ਕਿੱਲਿਆਂ ਤੋਂ ਉਹਨਾਂ ਨੇ 3 ਮਰੱਬੇ ਬਣਾਏ, 2.5-3 ਮਰੱਬੇ ਬਣਾਏ। ਇੱਕ ਪਾਈਆ ਬਤਾਊਂ ਲੈਣੇ ਉਹ ਮਾਈ ਨੇ। ਮੇਰੀ ਉਦੋਂ 71 ਦੇ 'ਚ ਦੁਕਾਨ ਸੀ ਤੇ ਆਲੂ ਘਰ ਦੇ ਹੋਣੇ, ਉਹ ਪਾਉਣੇ। 3 ਉਹਦੇ ਪੁੱਤ, 3 ਉਹਦੀਆਂ ਨੂੰਹਾਂ, 1 ਮੀਆਂ ਬੀਵੀ ਆਪ ਤੇ 2 ਨੌਕਰ। ਦਿਨ ਰਾਤ ਰੋਟੀ ਉਹਦੇ ਨਾਲ ਖਾ ਲੈਣੀ। ਤੇ ਮਾਈ ਜਿਹੜੀ ਸੀ ਉਹਦੇ ਇੱਦਾਂ ਸੀ ਜਿਵੇਂ ਕੁੱਕੜਾਂ ਦੀ ਜਾਲੀ ਨਹੀਂ ਹੁੰਦੀ ਜੋ ਕੁੱਕੜਾਂ ਦੇ ਖੁੱਡੇ ਨੂੰ ਲੱਗੀ, ਇੱਦਾਂ ਦੀ ਉਹਦੀ ਚਾਦਰ ਹੁੰਦੀ ਸੀ, ਇੱਦਾਂ ਦਾ ਉਹਦਾ ਝੱਗਾ ਹੁੰਦਾ ਸੀ। ਖੀਰ ਮੰਗਣ ਵਾਲਾ ਬੂਹੇ ਅੱਗੇ ਆ ਗਿਆ, ਬੋਲ ਬੋਲ ਕੇ ਗਸ਼ ਖਾ ਕੇ ਉਹ ਜਾ ਪਿਆ, ਬੇਹੋਸ਼ ਹੋ ਗਿਆ। ਗੁਆਂਢੀਆਂ ਨੇ ਪਾਣੀ ਉਹਨੂੰ ਪਿਆ ਕੇ ਹੋਸ਼ ਦਵਾ ਕੇ ਘਰੋਂ ਤੋਰਿਆ ਉੱਥੋਂ। ਉਹਨਾਂ ਖੈਰ ਨਹੀਂ ਦਿੱਤਾ ਕਿਸੇ ਨੂੰ। ਪੋਤਿਆਂ ਦੀ ਵਾਰੀ ਜਦੋਂ ਆਈ, ਉਧਰੋਂ ਪੀਰ ਆ ਗਿਆ ਜੀ, ਉੱਥੇ ਉਧਰੋਂ ਪੀਰ ਆ ਗਿਆ। ਉਹ ਮਰੱਬੇ ਬੈਠਾ ਪੀਰ ਡੇਰਾ ਲਾ ਕੇ, ਕੋ ਘਰ ਬੈਠਾ। ਪੀਰ ਹੀ ਨਹੀਂ ਨਿਕਲੇ ਉਹਨਾਂ ਦੇ ਘਰੋਂ ਮੁੜ ਕੇ। ਅੱਛਾ, ਮੁੜ ਕੇ ਹੁਣ ਉਹਨਾਂ ਨੇ ਹੁਣ ਜ਼ਮੀਨ ਉਹ ਜਿਹੜੀ ਸੀ ਨਾ, ਉਹ ਵੇਚ ਕੇ ਤੇ ਕੋਠੀਆਂ ਪਾ ਲਈਆਂ। ਉਹਨਾਂ ਤਰੱਕੀ ਮਾਂ ਦੀਆਂ ਟੰਗਾਂ ਕਰਨੀਆਂ। ਉਹਨਾਂ ਕੀ ਤਰੱਕੀ ਕਰਨੀ ਆ? ਜਿਹੜੀ ਜ਼ਮੀਨ ਆਮਦਨ ਦੇਣ ਡਈ ਸੀ ਉਹ ਕੋਠੀ ਪਾ ਲਈ, ਕੋਠੀ ਨੇ ਹਰ ਸਾਲ ਪੈਸੇ ਮੰਗਣੇ ਆ। ਨਹੀਂ, ਇਸ ਇਲਮ ਨੂੰ ਵਧਾਉਣ ਦੀ ਕੋਸ਼ਿਸ਼ ਕਰੋ। ਇਹਨੂੰ ਮਰਜ਼ ਪੈਦਾ ਕਿਉਂ ਹੋਈ, ਕਿਉਂ ਉਹਨੂੰ ਲੱਭੋ। ਤੁਹਾਡੇ ਮੂੰਹ ਦੇ ਵਿੱਚੋਂ ਜਿਹੜਾ ਲਫ਼ਜ਼ ਨਿਕਲੂਗਾ ਉਹਦਾ ਅਕਸੀਰ ਹੋਊਗੀ ਉਹਦੇ ਵਾਸਤੇ, ਮਰੀਜ਼ ਵਾਸਤੇ। ਸਾਜੀ ਇੱਕ ਹੋਰ ਮੈਂ ਤੁਹਾਨੂੰ ਗੱਲ ਸੁਣਾਈ ਸੀ, ਸੰਨ 75 ਦੀ। ਮੈਂ ਜਦੋਂ ਮੁੰਡਾ ਹੁੰਦਾ ਸੀ, ਜਾਣਦਾ ਸੀ ਉਸਤਾਦਾਂ ਦੇ ਕੋਲ 74 'ਚ ਲਾਹੌਰ, ਮੁਸਲਮ ਨਾਸਰ ਸਾਹਿਬ ਦੇ ਕੋਲ। ਇੱਕ ਰੇੜੀ ਦੇ ਖਰਬੂਜਿਆਂ ਦਾ, ਚੱਲ ਯਾਰ ਦੱਸ ਤੇ ਆਈ ਨਹੀਂ ਤੇ ਖਰਬੂਜਾ ਹੀ ਖਾਈਏ। ਉਹਦੇ ਕਿਹਾ, ਉਹਨੂੰ ਆਖਿਆ ਭਾਈ ਕਿਲੋ ਖਰਬੂਜਾ ਤੋਲ ਦੇ। ਤੋਲ ਕੇ ਉਹਨੇ ਕੱਟ ਦਿੱਤਾ। ਤੇ ਬੱਚੀ ਇੱਕ ਛੋਟੀ ਜਿਹੀ, ਇਹਦੇ ਨਾਲ ਛੋਟੀ ਸੀ, ਉਹਦੀ ਮਾਂ ਉਹਨੂੰ ਬਾਹੋਂ ਫੜਿਆ ਤੇ ਉਹ ਚੀਕਾਂ ਮਾਰੀ ਤੇ ਉੱਚੀ ਉੱਚੀ ਰੋਂਦੀ ਤੁਰੀ ਆਵੇ ਤੇ ਮਾਂ ਵੀ ਨਾਲ ਰੋਣ ਲਈ। ਆਣ ਕੇ ਉਹਨੂੰ ਬੰਦੇ ਨੂੰ ਆਂਦੀ ਆ, ਮੈਨੂੰ 10 ਰੁਪਈਏ ਦੇ।
ਉਹਨਾਂ ਕੀ ਹੋਇਆ? ਅਗਰ ਕੁੰਡੇ 'ਚ ਮਿਰਚਾਂ ਘੋਟੀਆਂ ਸੀਗੀਆਂ ਤੇ ਇਹ ਵਿੱਚ ਨਾ ਖੇਡਦੀ ਨੇ ਹੱਥ ਮਾਰ ਕੇ ਹੱਥਾਂ ਦੇ ਮਲ ਲੀਆਂ ਤੇ ਹੁਣ ਤੁਹਾਨੂੰ ਸਾੜ ਪੈਂਦਾ ਤੇ ਰੋਂਦੀ ਆ। ਮੈਂ ਡਾਕਟਰ ਕੋਲ ਜਾਵਾਂ ਟੀਕਾ ਲਵਾ ਗਿਆ ਮੁੰਡਾ ਮੈਨੂੰ ਮੈਂ ਆਖਿਆ, ਮੈਂ ਕਿਹਾ ਇਹਦਾ ਗੁੱਟ ਫੜ ਲਾ। ਉਹਨੇ ਉਹ ਫੜ ਲਿਆ, ਮੈਂ ਦੂਜਾ ਫੜ ਲਿਆ। ਉਹ ਖਰਬੂਜਿਆਂ ਦਾ ਬੀਜ ਦੇ ਭਰੇ ਸੀਗੇ ਪੀਪੇ, ਇਹ ਭਰੇ ਸੀਗੇ ਤੇ ਫਿਰ ਉਹ ਅਸੀਂ ਵਿੱਚ ਤੁੰਨ ਦਿੱਤੇ। ਜਾਂ ਉਹਦੇ ਬੀਆਂ ਦੇ ਵਿੱਚ ਇਹਦੇ ਹੱਥ ਗਿਆ ਨਾ ਤੇ ਕੁੜੀ ਹੱਸਣ ਲੱਗ ਪਈ ਤੇ ਨਾਲ ਦੇ ਖੇਡਣ ਲੱਗ ਪਈ ਐ ਮਲ ਕੇ। ਉਹ ਬੰਦਾ ਦਾ ਵੇਖ ਕੇ ਆਂਦਾ ਵੀ ਤੁਸੀਂ ਭਾਈ ਕੌਣ ਜੇ? ਮੈਨੂੰ ਤਾਂ ਆਖਿਆ ਕਾਕਾ ਤੁਸੀਂ ਕੌਣ ਜੇ? ਉਹ ਸਿਆਣਾ ਸੀਗਾ ਤੇ ਮੇਰੀ ਉਦੋਂ ਉਮਰ 24 ਸਾਲ ਸੀ। ਮੈਂ ਜੀ ਅਸੀਂ ਹਕੀਮ ਆ। ਉਹ ਖਰਬੂਜੇ ਦੇ ਪੈਸੇ ਨਾਲ ਉਹਨੂੰ ਧੱਕੇ ਨਾਲ ਦਿੱਤੇ ਸੀ 8 ਆਨੇ 12 ਆਨੇ। ਆਖਿਆ ਮੇਰੇ 10 ਰੁਪਈਏ ਬਚਾਤੇ ਤੁਸੀਂ। ਮੈਂ ਕਿਹਾ ਅਸੀਂ ਪੈਸੇ ਲੈਣ ਵਾਸਤੇ ਨਹੀਂ ਬਚਾਏ, ਯਾਨੀ ਕਿ ਤੁਹਾਡੇ ਵਿੱਚ ਆਪਣੀ ਸੈਂਸ ਨੂੰ ਤਾਂ ਵਧਾਓ। ਖਾਲੀਆਂ ਦਾਂਦਾ ਰੋਟੀਆਂ ਤੇ ਸੌਂ ਰਿਹਾ ਡਕਾਰ ਮਾਰੇ। ਜੋ ਮਰੀਜ਼ ਕੋ ਆਇਆ ਉਹਨੇ ਆਣ ਕੇ ਹੁੱਜਾਂ ਦੇ ਕੇ ਉਠਾ ਦਿੱਤਾ। ਸੋਚ ਤਾਂ ਹੈ ਹੀ ਨਹੀਂ ਤੇ ਸਾਰੇ ਦੇ ਸਾਰੇ ਮੁਖਾਤੀ ਜੇ। ਜਿੰਨਾ ਚਿਰ ਤੁਸੀਂ ਦਲਾਤੀ ਗੁੱਦੀ ਨਹੀਂ ਹੋਣਾ, ਦਲਾਤੀ ਕਸ਼ਰੀ ਨਹੀਂ ਹੋਣਾ, ਤੁਸੀਂ ਹਕਮਤ ਨਹੀਂ ਕਰ ਸਕਦੇ। ਜਿੱਥੇ ਮਰਜ਼ੀ ਢਿੱਲ ਲਾ ਲਓ। ਉਜ਼ਲਾਤ ਵੀ ਹਰ ਸ਼ੈ ਨੂੰ ਹਰਕਤ ਦਿੰਦੇ, ਦਿਮਾਗ ਨੂੰ ਵੀ ਉਜ਼ਲਾਤ ਹੀ ਹਰਕਤ ਦਿੰਦੇ ਆ, ਜਿਗਰ ਨੂੰ ਵੀ ਉਜ਼ਲਾਤ ਹਰਕਤ ਦਿੰਦੇ ਆ, ਧਿਆਨ ਨੂੰ ਵੀ ਉਜ਼ਲਾਤ ਹਰਕਤ ਦਿੰਦੇ ਆ, ਤੇ ਫਿਰ ਜਾ ਕੇ ਕੋਈ ਕੰਮ ਹੁੰਦਾ। ਤੁਹਾਡੇ ਤੇ ਉਜ਼ਲਾਤੀ ਪਾਵਰ ਹੀ ਹੈ ਨਹੀਂ। ਦੂਸਰਿਆਂ ਨਾਲ ਵੇਖ ਵੇਖ ਕੇ ਦਿਲ ਨਾ ਸਾੜੋ, ਆਪਣੇ ਰੱਬ ਦੇ ਸ਼ੁਕਰ ਕਰੋ ਤੇ ਆਪਣੇ ਅੰਦਰ ਵਾਲੇ ਰੱਬ ਨੂੰ ਜਗਾਓ। ਉਹਨੂੰ ਪੁੱਛੋ ਕੀ ਕਰਨਾ।